ਮੈਡੀਕਲ ਅਫਸਰ ਰਾਜ ਵਿੱਚ ਸਥਾਪਿਤ ਕੋਵਿਡ ਕੰਟਰੋਲ ਰੂਮ ਦੀ ਮੈਂਬਰ ਹਾਂ। ਰਾਜ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਨਜਿੱਠਣ ਲਈ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਅੱਜ 139 ਦਿਨ ਹੋ ਚੁੱਕੇ ਹਨ। ਵਿਸ਼ਵ ਭਰ ਵਿੱਚ ਇਸ ਮਹਾਮਾਰੀ ਨੇ ਲਗਭਗ 1,95,74,481 ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ 7,24,732 ਲੋਕਾਂ ਦੀ ਮੌਤ ਦਾ ਕਾਰਨ ਬਣਿਆ ਹੈ, ਪਰ 1,25,68,981 ਲੋਕ ਠੀਕ ਵੀ ਹੋ ਚੁੱਕੇ ਹਨ। ਭਾਰਤ ਵਿੱਚ ਇਸ ਮਹਾਮਾਰੀ ਨੇ 20,91,810 ਲੋਕਾਂ ਨੂੰ ਸੰਕਰਮਿਤ ਕੀਤਾ ਹੈ, ਜਿਸ ਵਿੱਚ 42,626 ਮੌਤਾਂ ਸ਼ਾਮਿਲ ਹਨ, ਪਰ ਲਗਭਗ 14,29,318 ਲੋਕ ਇਸ ਮਹਾਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਸੂਬੇ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਰਾਜ ਸਰਕਾਰ ਨੇ ਟੈਸਟ ਲਈ 6,59,284 ਨਮੂਨੇ ਲੈਬ ਵਿੱਚ ਭੇਜੇ ਹਨ, ਜਿਨ੍ਹਾਂ ਵਿੱਚੋਂ ਅੱਜ ਤੱਕ 22,928 ਨਮੂਨੇ ਪੋਜ਼ਿਟਿਵ ਪਾਏ ਗਏ ਹਨ, ਜੋ ਕਿ ਕੱਲ੍ਹ ਦੀ ਗਿਣਤੀ ਨਾਲੋਂ 998 ਵੱਧ ਹਨ। ਬਦਕਿਸਮਤੀ ਨਾਲ ਹੁਣ ਤੱਕ ਰਾਜ ਵਿੱਚ 562 ਲੋਕਾਂ ਦੀ ਮੌਤ ਹੋ ਚੁੱਕੀ ਹੈ, 26 ਮਰੀਜ਼ ਵੈਂਟੀਲੇਟਰ ਸਪੋਰਟ ਤੇ ਹਨ ਅਤੇ 123 ਮਰੀਜ਼ ਆਕਸੀਜਨ ਸਪੋਰਟ ਤੇ ਹਨ, ਪਰ ਲਗਭਗ 14,860 ਲੋਕ ਇਸ ਮਹਾਮਾਰੀ ਨੂੰ ਹਰਾ ਕੇ ਅਤੇ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਜਾ ਚੁੱਕੇ ਹਨ। ਹੁਣ ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 7,506 ਹੈ। ਅਨਲੌਕ 3 ਲਈ ਰਾਜ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਵਿੱਚ ਸਾਰੇ ਯੋਗਾ ਇੰਸਟੀਚਿਊਟਸ ਅਤੇ ਜਿਮਨੇਜ਼ੀਅਮ 5 ਅਗਸਤ ਤੋਂ ਖੋਲ੍ਹੇ ਗਏ ਹਨ, ਜਿਸ ਦੇ ਲਈ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਭਾਰਤ ਸਰਕਾਰ ਦੁਆਰਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਇਹਨਾਂ ਨੂੰ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਪਰ ਸਕੂਲ, ਕਾਲਜ, ਵਿਦਿਅਕ ਅਤੇ ਕੋਚਿੰਗ ਸੰਸਥਾਨ, ਸਿਨੇਮਾ ਹਾਲ, ਸਵਿਮਿੰਗ ਪੂਲ, ਮਨੋਰੰਜਕ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਇਸ ਤਰ੍ਹਾਂ ਦੀਆਂ ਸਾਰੀਆਂ ਥਾਵਾਂ ਅਨਲੌਕ 3 ਦੌਰਾਨ ਬੰਦ ਰਹਿਣਗੀਆਂ। MHA ਦੁਆਰਾ ਆਗਿਆ ਵਾਲੀਆਂ ਉਡਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਅੰਤਰਰਾਸ਼ਟਰੀ ਹਵਾਈ ਉਡਾਨਾਂ ਉੱਤੇ ਪਾਬੰਦੀ ਰਹੇਗੀ। ਘਰੇਲੂ ਹਵਾਈ ਯਾਤਰਾ, ਰੇਲ ਦੁਆਰਾ ਯਾਤਰਾ ਅਤੇ ਬੱਸਾਂ ਦੁਆਰਾ ਆਵਾਜਾਈ ਰਾਜ ਵਿੱਚ ਜਾਰੀ ਰਹੇਗੀ, ਪਰ ਅੰਤਰਰਾਜੀ ਯਾਤਰੀਆਂ ਲਈ ਕੋਵਾ ਐਪ ਅਤੇ ਸੈਲਫ ਜਨਰੇਟਡ ਪਾਸ ਦੀ ਵਰਤੋਂ ਲਾਜ਼ਮੀ ਹੋਵੇਗੀ। ਰਾਤ ਦਾ ਕਰਫਿਊ ਰਾਤ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਪੂਰੇ ਰਾਜ ਵਿੱਚ ਲਾਗੂ ਕੀਤਾ ਗਿਆ ਹੈ, ਪਰ ਲੁਧਿਆਣਾ, ਜਲੰਧਰ ਅਤੇ ਪਟਿਆਲਾ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਨ੍ਹਾਂ ਸ਼ਹਿਰਾਂ ਵਿੱਚ ਰਾਤ ਦਾ ਕਰਫਿਊ ਰਾਤੀ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜਾਰੀ ਰਹੇਗਾ। ਰਾਤ ਦੇ ਕਰਫਿਊ ਦੌਰਾਨ ਸਾਰੀਆਂ ਗੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ਵਰਜਿਤ ਰਹੇਗੀ। 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, 10 ਸਾਲ ਤੋਂ ਘੱਟ ਉਮਰ ਦੇ ਬੱਚੇ, ਸਹਿ ਰੋਗ ਵਾਲੇ ਵਿਅਕਤੀਆਂ ਅਤੇ ਗਰਭਵਤੀ ਔਰਤਾਂ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਵਿਆਹ ਸੰਬੰਧੀ ਇਕੱਠਾਂ ਵਿੱਚ ਮਹਿਮਾਨਾਂ ਦੀ ਗਿਣਤੀ 30 ਤੋਂ ਵੱਧ ਨਹੀਂ ਹੋਣੀ ਚਾਹੀਦੀ, ਜਦੋਂ ਕਿ ਅੰਤਿਮ ਸੰਸਕਾਰਾਂ ਸਮੇਂ ਵਿਅਕਤੀਆਂ ਦੀ ਗਿਣਤੀ 20 ਤੋਂ ਵੱਧ ਨਹੀਂ ਹੋਣੀ ਚਾਹੀਦੀ। ਜਨਤਕ ਥਾਵਾਂ ਤੇ ਥੁੱਕਣਾ ਪੂਰੀ ਤਰ੍ਹਾਂ ਵਰਜਿਤ ਹੈ ਅਤੇ ਜੁਰਮਾਨੇ ਨਾਲ ਸਜ਼ਾਯੋਗ ਹੈ। ਅਨਲੌਕ 3 ਦੌਰਾਨ ਧਾਰਮਿਕ ਸਥਾਨ ਕੇਵਲ ਸਵੇਰੇ 5 ਵਜੇ ਤੋਂ ਰਾਤ ਦੇ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਪੂਜਾ ਦੇ ਸਮੇਂ ਵਿਅਕਤੀਆਂ ਦੀ ਗਿਣਤੀ 20 ਤੋਂ ਵੱਧ ਨਹੀਂ ਹੋਣੀ ਚਾਹੀਦੀ। ਪ੍ਰਸ਼ਾਦ ਅਤੇ ਲੰਗਰ ਵਰਤਾਏ ਜਾ ਸਕਣਗੇ। ਸਾਰੀਆਂ ਦੁਕਾਨਾਂ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਸਵੇਰੇ 7 ਵਜੇ ਤੋਂ ਰਾਤ ਦੇ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਹਾਲਾਂਕਿ ਮੁੱਖ ਬਾਜ਼ਾਰਾਂ, ਮਾਰਕੀਟ ਕੰਪਲੈਕਸ, ਰੇਹੜੀ ਬਾਜ਼ਾਰਾਂ ਅਤੇ ਹੋਰ ਭੀੜ-ਭਾੜ ਵਾਲੀਆਂ ਥਾਵਾਂ ਤੇ ਸਥਿਤ ਦੁਕਾਨਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ਮੁਤਾਬਕ ਕੋਈ ਵੀ ਰੋਕ ਲਗਾ ਸਕਦਾ ਹੈ। ਐਤਵਾਰ ਨੂੰ ਜ਼ਰੂਰੀ ਵਸਤੂਆਂ ਨਾਲ ਸੰਬੰਧਿਤ ਦੁਕਾਨਾਂ ਰਾਤ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ, ਪਰ ਹੋਰ ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੀਆਂ। ਸਿਹਤ ਵਿਭਾਗ ਦੇ SOP ਦੇ ਅਨੁਸਾਰ ਸਪੋਰਟਸ ਕੰਪਲੈਕਸ, ਸਟੇਡੀਅਮ ਅਤੇ ਜਨਤਕ ਪਾਰਕਾਂ ਨੂੰ ਬਿਨਾਂ ਕਿਸੇ ਦਰਸ਼ਕਾਂ ਦੇ ਸਵੇਰੇ 5 ਵਜੇ ਤੋਂ ਸ਼ਾਮ ਦੇ 8 ਵਜੇ ਦੇ ਵਿਚਕਾਰ ਖੋਲ੍ਹਣ ਦੀ ਆਗਿਆ ਹੈ। ਸਾਰੀਆਂ ਗਤੀਵਿਧੀਆਂ ਲਈ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਹਮੇਸ਼ਾ ਬਣਾਈ ਰੱਖੀ ਜਾਏ ਅਤੇ ਜਨਤਕ ਥਾਵਾਂ ਸਮੇਤ ਸਾਰੀਆਂ ਥਾਵਾਂ ਤੇ ਲੋਕਾਂ ਦੁਆਰਾ ਮਾਸਕ ਪਹਿਨਣੇ ਲਾਜ਼ਮੀ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਕੋਈ ਵੀ ਉਲੰਘਣਾ ਸਜ਼ਾਯੋਗ ਹੋਵੇਗੀ। ਅੰਤ ਵਿੱਚ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਰਕਾਰ ਦੁਆਰਾ ਸਮੇਂ-ਸਮੇਂ ਤੇ ਜਾਰੀ ਕੀਤੇ ਜਾਂਦੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰੋ। ਮਿਸ਼ਨ ਫਤਿਹ ਨੂੰ ਕਾਮਯਾਬ ਬਣਾਓ। ਸਿਹਤਮੰਦ ਰਹੋ, ਸੁਰੱਖਿਅਤ ਰਹੋ। ਧੰਨਵਾਦ। Good evening everyone, this is Dr. Deepinder Kaur, Medical Officer, Member State COVID Control Room. I am here for the daily media briefing brought to you by the Control Room. Today it is 139th day of sharing information about Punjab State's efforts for controlling coronavirus situation in the state. Worldwide, coronavirus has infected 1,95,74,481 people and caused 7,24,732 deaths, but almost 1,25,68,981 people have recovered fully. In India, this disease has infected 20,91,810 persons, including 42,626 deaths, whereas 14,29,318 persons have fully recovered from this deadly disease.
In Punjab, the state government has sent 6,59,284 samples for testing, out of which 22,928 samples have been found positive till date, which is an increase of 998 cases since yesterday. Unfortunately, 562 people have died so far. Patients who are critical and on ventilator support are 26, and patients on oxygen support are 123, but almost 14,860 number of people have totally recovered and discharged. Now the total number of active cases in Punjab are 7,506. As per the guidelines issued by the state government for Unlock 3, all yoga institutes and gymnasiums have been opened from 5th August in the state, for which standard operating procedures has been issued by Ministry of Health and Family Welfare, Government of India, which they have to follow. But school, colleges, educational and coaching institutions, cinema halls, swimming pools, entertainment parks, theatres, bars, auditorium, assembly halls and similar places will remain closed during Unlock 3. International air travel of passengers, except as permitted by MHA, are also not permitted during Unlock 3. Night curfew will be effective from 11 p.m. to 5 a.m. throughout the state, but in the worst affected cities like Ludhiana, Jalandhar and Patiala, to check the spread of COVID-19, the state government has ordered night curfew from 9 p.m. to 5 a.m. Movement of individuals for all the non-essential activities shall remain prohibited during the night curfew. Domestic air travel and movement by train will continue as per SOPs issued. The persons above 65 years of age, children below the age of 10 years, persons with comorbidity and pregnant women are advised to stay at home except for essential requirements and for health purposes. In marriage-related gatherings, number of guests should not exceed 30, and during funerals and last rites, number of persons should not exceed 20. During Unlock 3, religious places will remain open only between 5 a.m. to 8 p.m. The maximum number of persons at the time of worship should not exceed 20. Langar and prasad can be served. All the shops, both in urban and rural areas, will remain open from 7 a.m. to 8 p.m. However, shops situated in main bazaars, market complexes, ready markets and other crowded places, district authorities can exercise their discretion and in order to avoid crowding shall stagger the opening of shops. On Sundays, shops dealing with essential commodities will remain open till 8 p.m. but shops other than dealing in essential commodities will remain closed on Sundays. Sport complexes, stadiums and public parks are allowed to open between 5 a.m. to 8 p.m. without spectators as per the SOP of the Health Department. Interstate and intrastate movement of buses is allowed without any restriction. Use of COVA app and self-generated pass would be mandatory for interstate passengers. Social distancing of minimum 6 feet for all the activities shall always be maintained, and wearing of masks by all persons in public places, including workplaces, etc. is mandatory. Any violation of these guidelines and lockdown measures shall be punishable. Finally, we request all of you to follow all the safety rules issued by the Punjab government and contribute to the Mission Fateh in making Punjab COVID-free. Stay safe, stay healthy. Thank you.